ਅਸੀਂ ਕਹੀਏ ਕਿ ਫੀਮੇਲਸ ਪਹਿਲਾਂ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਕਾਨੂੰਪ੍ਰਿਆ, ਉਸ ਤੋਂ ਬਾਅਦ ਤੁਸੀਂ ਉਹ ਬੜਾ ਖੁਸ਼ ਹੁੰਦਾ ਹੈ ਪੈਨਲ ਦੇ ਵਿੱਚ, ਖੁਸ਼ੀ ਹੁੰਦੀ ਉਸ ਵੇਲੇ ਜਦ ਜੈਂਡਰ ਇਕੁਐਲਿਟੀ ਨਜ਼ਰ ਆਉਂਦੀ। ਯੂਨੀਵਰਸਿਟੀ ਦੇ ਵਿੱਚ 70 to 75% ਗਰਲਸ ਨੇ ਤਾਂ ਪਾਵਰ ਦੇ ਵਿੱਚ ਇੱਕ ਕੁੜੀ ਨੂੰ ਅੱਗੇ ਆਉਣ ਦਾ ਮੌਕਾ ਕਿਉਂ ਨਹੀਂ ਮਿਲਦਾ ਤੇ ਇਹ ਗੱਲ ਸਾਰਿਆਂ ਤੱਕ ਅਸੀਂ ਪਹੁੰਚਾ ਸਕੇ ਤੇ ਸਾਰਿਆਂ ਨੇ ਸਾਡੀ ਗੱਲ ਨੂੰ ਸਮਝਿਆ ਵੀ, ਹੌਸਲੇ ਬੁਲੰਦ ਰੱਖੇ ਨੇ, ਹਿੰਮਤ ਨਹੀਂ ਹਾਰੀ ਤੇ ਰੱਬ ਨੇ ਸਾਥ ਦਿੱਤਾ ਹੈ, ਗॉड्स ਗ੍ਰੇਸ। नो डाउट फैमिली प्रेशर हमेशा कुड़ियों ਨੂੰ फेस करना पैंदा है, बट माई पेरेंट्स दे सपोर्टेड मी। सो इस एज ਦੇ ਵਿੱਚ ਉਹਨਾਂ ਨੇ ਮੇਰੇ ਉੱਤੇ ਇੰਨਾ ਟਰਸਟ ਦਿਖਾਇਆ, ਉਹਨਾਂ ਨੇ ਮੈਨੂੰ ਸਪੋਰਟ ਕੀਤਾ, ਉਹ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਸੀ। ਕਈ ਲੋਕ ਐਮਪੀ, ਉਸ ਤੋਂ ਬਾਅਦ ਹੋਰ ਐਮਸੀ ਦੇ ਇਲੈਕਸ਼ਨ ਹੋ ਗਏ, ਐਮਪੀ ਹੋ ਗਏ, ਐਮਐਲਏਸ ਦੇ ਇਲੈਕਸ਼ਨਸ ਦੇ ਲਈ ਜਾਂਦੇ ਆ, ਬਟ ਫੀਮੇਲਸ ਬਹੁਤ ਘੱਟ ਆਉਂਦੀ ਹੈ ਨਾ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਭਲੇ ਉਹਨਾਂ ਦੀ ਪੋਪੂਲੇਸ਼ਨ ਹੈਗੀ ਲੇਕਿਨ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਹੈ। ਵਾਟ ਇਜ਼ ਦ ਮੇਨ ਰੀਜ਼ਨ ਬਿਹਾਈਂਡ? ਬੈਕਗਰਾਉਂਡ ਵੱਲੋਂ ਇੱਕ ਇਲਿਟਰੇਸੀ ਹੈ, ਉਹਦੇ ਕਾਰਨ ਦਿਮਾਗ ਦੇ ਵਿੱਚ ਉਹਨਾਂ ਦੇ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਇਹ ਚੀਜ਼ ਦਿਮਾਗ 'ਚ ਬਿਠਾਈ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੋਣੇ ਆ, ਖਬਰਦਾਰ ਜੇ ਤੁਸੀਂ ਦੇ ਅੱਗੇ ਗਈ। ਕਿਉਂਕਿ ਸਾਡੇ ਲਈ ਸਾਡੇ ਮਾਪੇ ਦਾ ਟਰਸਟ ਬਹੁਤ ਵੱਡੀ ਚੀਜ਼ ਹੁੰਦੀ ਹੈ, ਸਾਡੀ ਸੁਸਾਇਟੀ ਦਾ ਟਰਸਟ ਬਹੁਤ ਹੈ। ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਪੋਸਟ ਤੇ ਸੱਥ ਤੋਂ ਰਮਨੀਕ ਜੋਤ ਕੌਰ ਨੇ। ਬਹੁਤ-ਬਹੁਤ ਮੁਬਾਰਕਬਾਦ ਰਮਨੀਕ। ਅਸੀਂ ਕਹੀਏ ਕਿ ਫੀਮੇਲਸ ਪਹਿਲਾਂ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਕਾਨੂੰਪ੍ਰਿਆ, ਉਸ ਤੋਂ ਬਾਅਦ ਤੁਸੀਂ ਉਹ ਬੜਾ ਖੁਸ਼ ਹੁੰਦਾ ਹੈ ਪੈਨਲ ਦੇ ਵਿੱਚ, ਖੁਸ਼ੀ ਹੁੰਦੀ ਉਸ ਵੇਲੇ ਜਦ ਜੈਂਡਰ ਇਕੁਐਲਿਟੀ ਨਜ਼ਰ ਆਉਂਦੀ। ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਇਸ ਲਈ ਥੈਂਕ ਯੂ ਸੋ ਮਚ एवरीवन। ਸਭ ਤੋਂ ਪਹਿਲਾਂ ਤਾਂ ਰਣਮੀਕ ਸਾਥ ਆਰਗੇਨਾਈਜੇਸ਼ਨ ਕਰਕੇ ਹੈ ਤੇ ਇਹਨਾਂ ਸਟੂਡੈਂਟਸ ਕਰਕੇ ਹੈ। ਸਟੂਡੈਂਟਸ ਨੇ ਸਾਡੀ ਗੱਲ ਸੁਣੀ, ਜਿਹੜੀ ਹਮੇਸ਼ਾ ਅਸੀਂ ਮੁੱਦਾ ਉਠਾਉਂਦੇ ਰਹੇ ਹਾਂ ਕਿ ਜਦੋਂ ਯੂਨੀਵਰਸਿਟੀ ਸਟੂਡੈਂਟਸ ਦੀ ਹੈ ਤਾਂ ਪਾਵਰ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਕਿਉਂ ਨਹੀਂ ਆਉਂਦੀ। ਯੂਨੀਵਰਸਿਟੀ ਦੇ ਵਿੱਚ 70 to 75% ਗਰਲਸ ਨੇ ਤਾਂ ਪਾਵਰ ਦੇ ਵਿੱਚ ਇੱਕ ਕੁੜੀ ਨੂੰ ਅੱਗੇ ਆਉਣ ਦਾ ਮੌਕਾ ਕਿਉਂ ਨਹੀਂ ਮਿਲਦਾ ਤੇ ਇਹ ਗੱਲ ਸਾਰਿਆਂ ਤੱਕ ਅਸੀਂ ਪਹੁੰਚਾ ਸਕੇ ਤੇ ਸਾਰਿਆਂ ਨੇ ਸਾਡੀ ਗੱਲ ਨੂੰ ਸਮਝਿਆ ਵੀ, ਤਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਕਿਸ ਨੂੰ ਡੈਡੀਕੇਟ ਕਰਦੇ ਹੋ? ਸਟੂਡੈਂਟਸ ਨੂੰ ਕਰ ਰਹੇ ਹੋ, ਇਸ ਤੋਂ ਇਲਾਵਾ ਕਿਸ ਨੂੰ ਡੈਡੀਕੇਟ ਕਰ? ਜਿੱਤ ਕਿਸ ਨੂੰ ਡੈਡੀਕੇਟ ਕਰ ਰਹੇ ਹਾਂ, ਸਟੂਡੈਂਟਸ ਤਾਂ ਹੈ ਹੀ ਹੈ, ਉਸ ਤੋਂ ਇਲਾਵਾ ਮਿਹਨਤ ਬਹੁਤ ਕੀਤੀ ਹੈ ਸਾਰਿਆਂ ਨੇ, ਹੌਸਲੇ ਬੁਲੰਦ ਰੱਖੇ ਨੇ, ਹਿੰਮਤ ਨਹੀਂ ਹਾਰੀ ਤੇ ਰੱਬ ਨੇ ਸਾਥ ਦਿੱਤਾ ਹੈ, ਗॉड्स ਗ੍ਰੇਸ। दिस वॉज ऑल बिकॉज ऑफ गॉड एंड माई पेरेंट्स। नो डाउट फैमिली प्रेशर हमेशा कुड़ियों ਨੂੰ फेस करना पैंਦਾ है, बट माई पेरेंट्स दे सपोर्टेड मी। ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਜਾ ਕੇ ਗੱਲ ਕਹੀ ਸੀ ਕਿ ਮੰਮਾ ਪਾਪਾ ਮੈਨੂੰ ਐਵੇਂ ਨੋਮੀਨੇਟ ਕੀਤਾ ਹੈ ਐਂਡ ਆਈ ਵਾਂਟ ਟੂ ਗੋ ਫੋਰਵਰਡ, ਕਿਉਂਕਿ ਮੈਂ 19 ਇਅਰਸ ਦੀ ਹਾਂ, ਮੈਂ ਕੁਝ ਜ਼ਿਆਦਾ ਵੱਡੀ ਨਹੀਂ, ਆਈ ਐਮ ਦੀ ਯੰਗੈਸਟ ਕੈਂਡੀਡੇਟ ਹਲੇ ਤੱਕ। ਸੋ ਇਸ ਏਜ ਦੇ ਵਿੱਚ ਉਹਨਾਂ ਨੇ ਮੇਰੇ ਉੱਤੇ ਇੰਨਾ ਟਰਸਟ ਦਿਖਾਇਆ, ਉਹਨਾਂ ਨੇ ਮੈਨੂੰ ਸਪੋਰਟ ਕੀਤਾ, ਉਹ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਸੀ। ਮੇਰੇ ਟੀਚਰਸ, ਮੈਂ YPS ਤੋਂ ਪੜ੍ਹੀ ਹੋਈ ਹਾਂ, ਮੈਂ ਸਭ ਤੋਂ ਪਹਿਲਾਂ ਉਸ ਬਾਰੇ ਮੈਂਸ਼ਨ ਕਰਨਾ ਚਾਹੂੰਗੀ ਆਪਣੇ ਸਕੂਲ ਬਾਰੇ। ਮੇਰੇ ਸਕੂਲ ਦੇ ਟੀਚਰਸ ਨੇ ਮੈਨੂੰ ਹਮੇਸ਼ਾ ਹੀ ਇਹ ਕਿਹਾ ਕਿ ਰਣਮੀਕ ਅੱਗੇ ਵਧਣਾ ਹੈ, ਪਿੱਛੇ ਨਹੀਂ ਮੁੜ ਕੇ ਦੇਖਣਾ, ਯੂ ਹੈਵ ਦ ਕੁਆਲਿਟੀਜ਼, ਯੂ ਕੈਨ ਡੂ ਇਟ। ਉਹਨਾਂ ਨੇ ਲੀਡਰਸ਼ਿਪ ਕੁਆਲਿਟੀਜ਼ ਇੰਟਰੋਡਿਊਸ ਕੀਤੀਆਂ ਤੇ ਮੇਰੇ ਆਪ ਤੇ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਵੀ ਬਹੁਤ ਹੈਲਪ ਕੀਤੀ, ਬਹੁਤ ਸਪੋਰਟ ਕੀਤੀ। ਸੋ ਸਾਰਿਆਂ ਨੂੰ ਜਾਂਦਾ ਹੈ ਇਸ ਜਿੱਤ ਦਾ। ਕਵਰੇਜ ਕਰ ਰਹੇ ਸੀਗੇ ਤੇ ਸੁਣਨ ਚਾਹ ਰਹੇ ਸੀ ਕਿ ਰਮਨੀਕ ਇਜ਼ ਅ ਗੁੱਡ ਓਰੇਟਰ। ਹਾਂਜੀ, that I think that goes to the YPS because I think ਜਿਹੜੀ ਸਕੂਲਿੰਗ ਹੁੰਦੀ ਹੈ that is always the basis of our personality। ਜਿਸ ਤਰੀਕੇ ਦੀ ਪਰਸਨੈਲਿਟੀ ਅਸੀਂ ਉੱਥੋਂ ਦੀ ਆਉਂਦੇ ਹਾਂ, ਜਿਸ ਤਰੀਕੇ ਦੀ ਪਰਸਨੈਲਿਟੀ ਸਾਡੀ ਸਕੂਲ ਤੋਂ ਬਣਦੀ ਹੈ, ਉਹੀ ਅਸੀਂ ਨਿਖਰ ਕੇ ਅੱਗੇ ਆਉਂਦੇ ਹਾਂ। ਯੂਨੀਵਰਸਿਟੀ ਦੇ ਵਿੱਚ ਅਸੀਂ ਨਿਖਰਦੇ ਹਾਂ, ਉਹ ਜਿਹੜੀ ਸਾਨੂੰ ਚੀਜ਼ਾਂ ਸਕੂਲ 'ਚ ਸਿਖਾਈਆਂ ਗਈਆਂ ਨੇ ਉਹਨੂੰ ਅਸੀਂ ਗ੍ਰਾਸਪ ਕਰਕੇ ਇੱਥੇ ਤੇ ਉਹਨੂੰ ਹੋਰ ਵਧਾਉਂਦੇ ਹਾਂ, ਹੋਰ ਵਧੀਆ ਕਰਦੇ ਹਾਂ। ਤਾਂ ਇਟ ਆਲ ਗੋਜ਼ ਟੂ ਮਾਈ ਟੀਚਰਸ, ਮਾਈ ਪੇਰੈਂਟਸ। ਰਮਨੀਕ, ਜਦ ਅਸੀਂ ਸਟੂਡੈਂਟ ਇਲੈਕਸ਼ਨ ਲੜਦੇ ਹਾਂ, ਅਗਲੇ ਪੜਾਅ ਦੇ ਲਈ ਕਈ ਲੋਕ ਐਮਪੀ, ਉਸ ਤੋਂ ਬਾਅਦ ਹੋਰ ਐਮਸੀ ਦੇ ਇਲੈਕਸ਼ਨ ਹੋ ਗਏ, ਐਮਪੀ ਹੋ ਗਏ, ਐਮਐਲਏਸ ਦੇ ਇਲੈਕਸ਼ਨਸ ਦੇ ਲਈ ਜਾਂਦੇ ਆ, ਬਟ ਫੀਮੇਲਸ ਬਹੁਤ ਘੱਟ ਆਉਂਦੀ ਹੈ ਨਾ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਭਲੇ ਉਹਨਾਂ ਦੀ ਪੋਪੂਲੇਸ਼ਨ ਹੈਗੀ ਲੇਕਿਨ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਹੈ। ਵਾਟ ਇਜ਼ ਦ ਮੇਨ ਰੀਜ਼ਨ ਬਿਹਾਈਂਡ? Family pressure, society pressure, emotional pressure. Emotional pressure is a very big deal. And even illiteracy at some point of time. ਦੋ ਅੱਜ ਕੱਲ੍ਹ ਜਿਵੇਂ ਜੇ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਲਿਟਰੇਟ ਬਹੁਤ ਨੇ, ਨੋ ਡਾਊਟ ਬਹੁਤ ਜ਼ਿਆਦਾ, ਤਾਂ ਹੀ ਤਾਂ ਇੰਨੇ 70 to 75% ਹੈ ਕੁੜੀਆਂ ਅੱਗੇ ਆ ਰਹੀਆਂ ਨੇ, ਪੜ੍ਹ ਰਹੀਆਂ ਨੇ। ਪਰ ਜਿਹੜੇ ਪਿੱਛੋਂ ਦੀ ਬੈਕਗਰਾਉਂਡ ਵੱਲੋਂ ਇੱਕ ਇਲਿਟਰੇਸੀ ਹੈ, ਉਹਦੇ ਕਾਰਨ ਦਿਮਾਗ ਦੇ ਵਿੱਚ ਉਹਨਾਂ ਦੇ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਇਹ ਚੀਜ਼ ਦਿਮਾਗ 'ਚ ਬਿਠਾਈ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਹੋਣੇ ਆ, ਖਬਰਦਾਰ ਜੇ ਤੁਸੀਂ ਦੇ ਅੱਗੇ ਗਈ, ਹੈ ਨਾ। ਉਹ ਪਹਿਲਾਂ ਇੱਕ ਡਰ ਪੈਦਾ ਕਰ ਦਿੱਤਾ ਜਾਂਦਾ ਹੈ ਦਿਮਾਗ ਦੇ ਵਿੱਚ।
ਤਾਂ ਉਹ ਇੱਕ ਇਮੋਸ਼ਨਲੀ ਪ੍ਰੈਸ਼ਰ ਹੁੰਦਾ ਹੈ ਕੁੜੀਆਂ ਦੇ ਉੱਤੇ ਕਿ ਜੇ ਅਸੀਂ ਅੱਗੇ ਵੱਧ ਗਈਏ, ਕਿਉਂਕਿ ਸਾਡੇ ਲਈ ਸਾਡੇ ਮਾਪੇ ਦਾ ਟਰਸਟ ਬਹੁਤ ਵੱਡੀ ਚੀਜ਼ ਹੁੰਦੀ ਹੈ, ਸਾਡੀ ਸੁਸਾਇਟੀ ਦਾ ਟਰਸਟ ਬਹੁਤ ਹੈ। ਅਸੀਂ ਇਸ ਸੁਸਾਇਟੀ ਦੀ ਇੱਜ਼ਤ ਆ, ਅਸੀਂ ਆਪਣੇ ਮਾਪੇ ਦੀ ਇੱਜ਼ਤ ਆ, ਸਾਨੂੰ ਉਹ ਚੀਜ਼ ਵੀ ਲੈ ਕੇ ਚੱਲਣਾ ਹੁੰਦਾ ਤੇ ਆਪਣੇ ਡ੍ਰੀਮਸ ਨੂੰ ਵੀ ਨਾਲ ਲੈ ਕੇ ਚੱਲਣਾ। ਐਂਡ ਆਈ ਵੁੱਡ ਡੈਫੀਨੇਟਲੀ ਲਾਈਕ ਟੂ ਸੇ ਵੂਮਨ ਆਰ ਮਲਟੀ ਟੈਲੈਂਟਡ। ਅਸੀਂ ਇੱਕ ਟਾਈਮ ਤੇ ਸਭ ਕੁਝ ਕਰ ਸਕਦੇ ਹਾਂ, ਸਾਡੇ ਜਿੰਨੀ ਸਟਰੈਂਥ ਕਿਸੇ 'ਚ ਨਹੀਂ ਹੈ। ਇਫ ਅ ਵੂਮਨ ਕੈਨ handle 9 months of pain when she's in pregnancy and she gives a birth, and ਉਸ ਟਾਈਮ ਤੇ ਜਿਸ ਤਰੀਕੇ ਤੇ ਜਦੋਂ 9 months ਦੇ ਟਾਈਮ ਤੇ when she gives a birth to a child, ਜਿਹੜੀ ਪੇਨ ਉਹ ਬਰਦਾਸ਼ਤ ਕਰਦੀ ਉਹ ਕੋਈ ਨਹੀਂ ਕਰ ਸਕਦਾ। ਸੋ ਇਹ ਜਿਹੜੇ ਕੁਐਸਚਨ ਹੁੰਦਾ ਨਾ that can the woman be able to match the muscular energy of men, that's a very unappreciable kind of question which I would say ਜੋ ਲੋਕ ਅੱਗੇ ਪੁੱਛਦੇ ਨੇ, ਕਿਉਂਕਿ ਬਹੁਤ ਆਇਰੋਨਿਕਲ ਚੀਜ਼ ਹੈ ਜਦੋਂ ਅਸੀਂ ਇਸ ਨਾਲ ਆਪਾਂ ਕੰਪੇਅਰ ਕਰਦੇ ਹਾਂ। ਸੋ ਗਰਲਸ ਬਹੁਤ ਸਟਰੈਂਥ, ਬਹੁਤ ਪਾਵਰਫੁਲ ਹੁੰਦੀਆਂ ਨੇ। ਵੀ ਆਰ ਵੈਰੀ ਇਮੋਸ਼ਨਲੀ ਵੈਰੀ ਵੈਰੀ ਸਟਰੋਂਗ। ਜਦੋਂ ਅਸੀਂ ਇੰਨੇ ਸਾਰੀਆਂ ਚੀਜ਼ਾਂ ਇਕੱਠੇ ਲੈ ਕੇ ਚੱਲਦੀਆਂ ਨੇ ਤਾਂ ਅਸੀਂ ਅੱਗੇ ਵੀ ਚੱਲ ਸਕਦੇ ਹਾਂ। ਬਸ ਇੱਕ ਹਿੰਮਤ ਦੀ ਲੋੜ ਹੁੰਦੀ ਹੈ, ਉਹ ਹੌਲੀ ਹੌਲੀ ਹੁਣ ਕੁੜੀਆਂ ਦੇ ਵਿੱਚ ਹਿੰਮਤ ਆ ਰਹੀ ਹੈ। ਐਂਡ ਆਈ ਰੀਅਲੀ ਹੋਪ ਕਿ ਅੱਗੇ ਹੋਰ ਕੁੜੀਆਂ ਆਉਣ। ਤੇ ਇਸ ਸਾਲ ਸਭ ਤੋਂ ਵਧੀਆ ਗੱਲ ਹੀ ਆਈ ਸੀ, ਚਲੋ ਰਿਜ਼ਲਟਸ ਜੋ ਮਰਜ਼ੀ ਹੋਣ ਪਰ ਹਰ ਪੋਸਟ ਤੇ ਇੱਕ ਕੁੜੀ ਜ਼ਰੂਰ ਸੀ। ਦੈਟ ਵਾਜ਼ ਐਕਚੁਅਲੀ ਅ ਵੈਰੀ ਐਪਰੀਸ਼ੀਏਬਲ ਥਿੰਗ, ਕਿਉਂਕਿ ਮਤਲਬ ਕਨੂਪ੍ਰਿਆ ਤੋਂ ਬਾਅਦ ਜੋ ਇੱਕ ਮੈਸੇਜ ਸੀਗਾ ਉਹ ਕੁੜੀਆਂ ਦੇ ਵਿੱਚ ਜ਼ਰੂਰ ਗਿਆ ਤੇ ਉਹ ਸਾਨੂੰ ਇਸ ਸਾਲ ਸਾਡੇ ਇਲੈਕਸ਼ਨ ਦੇ ਵਿੱਚ ਜ਼ਰੂਰ ਦਿਖੇ। ਵਾਏ ਸਾਥ ਤੁਸੀਂ ਕਿਹਾ ਕਿ ਪੋਲੀਟੀਕਲ ਪਾਰਟੀਆਂ ਤੋਂ ਜਿਹੜੇ ਸਟੂਡੈਂਟ ਵਿੰਗਸ ਹੈ ਉਹਨਾਂ ਤੋਂ ਅੱਡ ਤੁਸੀਂ ਬਣਾਈ ਹੈ, ਲੇਕਿਨ ਸਾਥੀ ਕਿਉਂ ਹੋਰ ਵੀ ਸੀਗੀ ਜਿਹੜੀ ਪੋਲੀਟੀਕਲ ਪਾਰਟੀਆਂ ਦੇ ਨਾਲ ਤਾਲੁਕਾਤ ਨਹੀਂ ਰੱਖਦੀ ਪਾਰਟੀ? ਹਾਂਜੀ, ਸਾਥ ਇੱਕ ਬਹੁਤ ਹੀ ਰੀਸੈਂਟ ਆਰਗੇਨਾਈਜੇਸ਼ਨ ਹੈ ਜੋ ਹਲੇ ਬਣੀ ਹੈ। ਇਟਸ ਵੈਰੀ ਪਿਓਰ, ਬਹੁਤ ਲਿਮਿਟਡ ਨੰਬਰ ਹੈ। ਇੱਥੇ ਕੁਆਲਿਟੀ ਜ਼ਿਆਦਾ ਹੈ ਕੁਆਂਟੀਟੀ ਨਾਲੋਂ। ਸੋ ਆਈ ਫੋਕਸ ਮੋਰ ਔਨ ਕੁਆਲਿਟੀ ਰਾਦਰ ਦੈਨ ਕੁਆਂਟੀਟੀ, ਕਿਉਂਕਿ ਜਦੋਂ ਅਸੀਂ ਭੀੜ 'ਚ ਸ਼ਾਮਿਲ ਹੋ ਜਾਂਦੇ ਹਾਂ ਨਾ ਤਾਂ ਸਾਡੇ ਜਿਹੜੇ ਵਿਊ ਪੁਆਇੰਟਸ ਨੇ ਉਹ ਖਤਮ ਹੋ ਜਾਂਦੇ ਨੇ। ਅਸੀਂ ਇੱਕ ਨੈਰੇਟਿਵ ਦੇ ਹਿਸਾਬ ਨਾਲ ਚੱਲਦੇ ਹਾਂ। ਸੋ ਨੈਰੇਟਿਵ ਨੂੰ ਤੋੜਨ ਲਈ, ਉਸ ਨੂੰ ਸਮਝਣ ਲਈ ਸਾਨੂੰ ਪਹਿਲਾਂ ਕੁਆਲਿਟੀ ਨੂੰ ਦੇਖਣਾ ਚਾਹੀਦਾ ਹੈ ਕੁਆਂਟੀਟੀ ਨਾਲੋਂ। ਤਾਂ ਇਹ ਮੈਂ ਸਾਰਿਆਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਸਟੂਡੈਂਟਸ ਨੂੰ ਸਪੈਸ਼ਲੀ ਕਿ ਸਾਡਾ ਵੀ ਆਰ ਦ ਬੇਸ ਆਫ ਦੀ ਸੁਸਾਇਟੀ। ਜਿਸ ਤਰੀਕੇ ਦੇ ਵਰਡਸ ਅਸੀਂ ਯੂਜ਼ ਕਰਾਂਗੇ, ਜਿਸ ਤਰੀਕੇ ਦੇ ਨੈਰੇਟਿਵ ਸਾਨੂੰ ਪ੍ਰੈਜ਼ੈਂਟ ਕੀਤੇ ਜਾਂਦੇ ਆ, ਪਰ ਉਸ ਵਰਡਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਿਸ ਤਰੀਕੇ ਦਾ ਨੈਰੇਟਿਵ ਸਾਨੂੰ ਦੇ ਰਹੇ ਨੇ ਤੇ ਉਹਦੇ ਨਾਲ ਸਾਡੇ ਉੱਤੇ ਕੀ ਇਫੈਕਟ ਪਊਗਾ ਸਾਡੇ ਫਿਊਚਰ ਦੇ ਉੱਤੇ। ਜਿਵੇਂ ਸਾਡੀ ਇੱਕ ਐਜੂਕੇਸ਼ਨ ਇੰਸਟੀਟਿਊਟ ਹੈ ਨਾ, ਪੋਲੀਟੀਕਲ ਪਾਰਟੀਆਂ ਇੱਥੇ ਹੋਣ ਕਾਰਨ ਜਿਵੇਂ ਤੁਹਾਨੂੰ ਪਤਾ ਹੈ ਗੁੰਡਾਗਰਦੀ ਦਾ ਕਿਸ ਤਰੀਕੇ ਦਾ ਮਾਹੌਲ ਬਣਦਾ ਇਲੈਕਸ਼ਨ ਦੇ ਟਾਈਮ। ਇਟਸ ਐਨ ਐਜੂਕੇਸ਼ਨ ਇੰਸਟੀਟਿਊਟ, ਇਟ ਹੈਜ਼ ਇਟਸ ਓਨ ਡਿਗਨਿਟੀ, ਇਟ ਹੈਜ਼ ਇਟਸ ਓਨ ਡੈਕਰਮ। ਅਸੀਂ ਨਹੀਂ ਚਾਹੁੰਦੇ ਕਿ ਜਦੋਂ ਅਸੀਂ ਇਸ ਯੂਨੀਵਰਸਿਟੀ ਤੋਂ ਬਾਹਰ ਜਾਈਏ ਤਾਂ ਸਾਨੂੰ ਲੋਕ ਇਹ ਕਹਿਣ ਕਿ ਅੱਛਾ ਤੁਸੀਂ ਉਸ ਯੂਨੀਵਰਸਿਟੀ 'ਚ ਆਉਂਦੇ ਹੋ ਜਿੱਥੇ ਇਲੈਕਸ਼ਨ ਦੇ ਟਾਈਮ 'ਤੇ ਇਸ ਤਰੀਕੇ ਦਾ ਮਾਹੌਲ ਹੁੰਦਾ ਹੈ। ਇਨਡਾਇਰੈਕਟਲੀ ਬਹੁਤ ਡੀਪਲੀ ਇਹ ਸਾਡੇ ਨਾ ਦਿਮਾਗ ਦੇ ਵਿੱਚ ਇਹ ਚੀਜ਼ ਬੈਠਣੀ ਚਾਹੀਦੀ ਹੈ। ਇਹ ਬਹੁਤ ਵੱਡਾ ਮਸਲਾ ਹੈ ਜੋ ਸਾਨੂੰ ਹਲੇ ਸਮਝ ਨਹੀਂ ਆ ਰਿਹਾ, ਪਰ 2-3 ਸਾਲਾਂ ਤੱਕ ਸਾਡਾ ਫਿਊਚਰ ਡਿਸਾਈਡ ਕਰੂਗਾ। ਸੋ ਆਈ ਵੁੱਡ ਰੀਅਲੀ ਰਿਕੁਐਸਟ ਯੂ ਆਲ, ਕੁਆਂਟੀਟੀ ਨਾ ਦੇਖੋ, ਪਿੱਛੇ ਨਾ ਭੱਜੋ ਕਿ ਜਿੱਥੇ ਬਹੁਤ ਜ਼ਿਆਦਾ ਭੀੜ ਆ ਉਹਦੇ ਪਿੱਛੇ ਨਾ ਚੱਲੋ। ਕੁਆਲਿਟੀ ਨੂੰ ਪਹਿਲਾਂ ਦੇਖੋ, ਨੋਟਿਸ ਦੈਟ, ਅੰਡਰਸਟੈਂਡ ਦੇ ਨੈਰੇਟਿਵ, ਅੰਡਰਸਟੈਂਡ ਦੇ ਵਰਡਸ, ਆਪਣੇ ਆਪ ਸਮਝੋ, ਨੌਲੇਜ ਨੂੰ ਵਾਈਡਨ ਅਪ ਕਰੋ। ਹਰ ਇੱਕ ਬੰਦੇ ਦੇ ਵਿਊ ਪੁਆਇੰਟਸ ਲਓ, ਆਪਣੇ ਆਪ ਨੂੰ ਕੰਸਟ੍ਰਿਕਟ ਨਾ ਕਰੋ, ਰਿਜਿਡ ਨਾ ਰੱਖੋ ਇੱਕ ਵਿਊ ਪੁਆਇੰਟ ਨਾਲ। ਹਰ ਬੰਦੇ ਦੇ ਵਿਊ ਪੁਆਇੰਟ ਰਹੋ ਤੇ ਉਸ ਨੂੰ ਸਮਝੋ, ਫਿਰ ਡਿਸਾਈਡ ਕਰੋ, ਨਾ ਕਿ ਬਸ ਅੱਖ ਬੰਦ ਕਰਕੇ ਜਿਸਨੇ ਜੋ ਬੋਲਤੇ ਅੱਛੇ ਨੇ ਇਹ ਬੋਲਤਾ ਬਸ ਇਹੀ ਹੋਊਗਾ। ਜਿਵੇਂ ਕਾਉਂਸਲ ਦੇ ਵਿੱਚ ਅਲੱਗ-ਅਲੱਗ ਲੋਕ ਨੇ, ਉਹਨਾਂ ਦੀ ਅਲੱਗ-ਅਲੱਗ ਵਿਚਾਰਧਾਰਾ ਹੈ ਨਾ, ਹਾਊ ਵਿਲ ਯੂ ਵਰਕ, ਕਿਵੇਂ ਕੋਆਰਡੀਨੇਟ ਕਰੋਗੇ? ਤੇ ਜਿਵੇਂ ਐਨਐਸਯੂਆਈ ਦੇ ਮੈਨੀਫੈਸਟੋ ਦੀ ਗੱਲ ਕਰੀਏ, ਵਿਮਨ ਸੈਂਟਰਿਕ ਰੱਖਿਆ ਉਹਨਾਂ ਨੇ, ਕਿੰਨਾ ਜ਼ਿਆਦਾ ਸਪੋਰਟ? ਵੂਮਨ ਜੇ ਸੈਂਟਰਿਕ ਰੱਖਿਆ ਤਾਂ ਵੂਮਨ ਲਈ ਫਿਰ ਕੰਮ ਵੀ ਕਰਨਾ ਪੈਣਾ ਹੈ। ਤਾਂ ਚਲੋ ਉਹ ਤਾਂ ਚਲੋ ਹੁਣ ਜਿਵੇਂ ਕਾਉਂਸਲ ਹੈ, ਵੱਖਰੀ ਪੋਸਟ ਹੈ, ਹਰ ਡਿਫਰੈਂਟ ਕੈਂਡੀਡੇਟਸ ਆਉਂਦੇ ਨੇ, ਉਹ ਡਿਜ਼ਰਵਿੰਗ ਸੀ ਤਾਂ ਹੀ ਸਟੂਡੈਂਟਸ ਨੇ ਉਹਨਾਂ ਨੂੰ ਚੂਜ਼ ਕੀਤਾ। ਸੋ ਹੁਣ ਅਸੀਂ ਸਾਰਿਆਂ ਨੂੰ ਕੰਮ ਕਰਨਾ ਪੈਣਾ ਮਿਲ ਕੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਹੁਣ ਸਟੂਡੈਂਟ ਸਾਨੂੰ ਇਹੀ ਕਹਿਣ ਕਿ ਤੁਸੀਂ ਵੀ ਬਾਕੀਆਂ ਵਾਂਗੂ ਪਹਿਲਾਂ ਆਏ, ਵੋਟ ਮੰਗਣ ਆ ਗਏ, 1 ਮਹੀਨੇ ਪਹਿਲਾਂ ਆਉਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਗਾਇਬ ਹੋ ਗਏ। ਹਾਂਜੀ, ਉਸ ਤੋਂ ਬਾਅਦ ਤੇ ਇਹ ਚੀਜ਼ ਨਹੀਂ ਦਿਖਾਉਣੀ ਤੇ ਸਾਨੂੰ ਹੁਣ ਇਕੱਠੇ ਮਿਲ ਕੇ ਕੰਮ ਤਾਂ ਕਰਨਾ ਪੈਣਾ ਤੇ ਰਿਸਪੈਕਟ ਕਰਨੀ ਪੈਣੀ ਹੈ। ਉਹ ਬਹੁਤ ਜ਼ਿਆਦਾ ਜ਼ਰੂਰਤ ਹੈ, ਇੱਕ ਦੂਜੇ ਦੀ ਰਿਸਪੈਕਟ ਹੋਣੀ ਜ਼ਰੂਰੀ ਹੈ, ਇੱਕ ਦੂਜੇ ਦੇ ਵਿਊ ਪੁਆਇੰਟਸ ਨਾਲ ਰਿਸਪੈਕਟ ਹੋਣੀ ਜ਼ਰੂਰੀ ਹੈ। ਬਸ ਸੋਲਿਊਸ਼ਨ ਬੇਸਡ ਇਸ਼ੂ ਹੋਣਾ ਚਾਹੀਦਾ, ਸੋਲਿਊਸ਼ਨ ਨਿਕਲਣਾ ਚਾਹੀਦਾ ਇਸ਼ੂ ਦਾ, ਇਹ ਸਭ ਤੋਂ ਜ਼ਰੂਰੀ ਹੈ। ਅਭੀ ਕਲਚਰ ਦੀ ਗੱਲ ਕਰੀਏ, ਕਿਸ ਤਰੀਕੇ ਨਾਲ ਵਿਦਿਆਰਥੀਆਂ ਦੇ ਵਿੱਚ ਜਾ ਕੇ ਤੁਸੀਂ ਉਸ ਚੀਜ਼ ਨੂੰ ਮੇਕ ਸ਼ੋਰ ਕਰੋਗੇ ਕਿ ਆਪਣੇ ਜਿਹੜੇ ਕਹੀਏ ਸੱਭਿਆਚਾਰ ਦੇ ਨਾਲ ਪੰਜਾਬੀ ਸਟੂਡੈਂਟਸ ਅਲੱਗ-ਅਲੱਗ ਖੇਤਰਾਂ ਤੋਂ ਆਏ ਨੇ, ਵੈਸੇ ਆਪਣੇ ਕਲਚਰ ਨਾਲ ਜੁੜਨ? ਹਾਂ, ਉਹਦੇ ਲਈ ਕਲਚਰਲ ਪ੍ਰੋਗਰਾਮਸ ਇੰਟਰੋਡਿਊਸ ਹੁੰਦੇ ਨੇ ਯੂਨੀਵਰਸਿਟੀ ਦੇ ਵਿੱਚ।
ਜਿਵੇਂ ਹਰ ਇੱਕ ਇੱਕ ਦਿਨ ਨੂੰ ਇੱਕ ਸਪੈਸੀਫਿਕ ਮਤਲਬ ਦਿਨ ਦਾ ਇੱਕ ਪ੍ਰੈਸਟੀਜੀਅਸ ਦਿਨ ਮੰਨਿਆ ਜਾਂਦਾ ਹੈ। ਹਰ ਦਿਨ ਇੱਕ ਆਪਣੇ ਆਪਣੇ ਉਹਦੇ ਨਾਲ ਸਪੈਸੀਫਿਕ ਹੁੰਦਾ ਹੈ। ਤਾਂ ਉਹਨਾਂ ਲਈ ਇੱਕ ਉਸ ਟਾਈਮ ਤੇ ਇੰਟਰੈਕਟਿਵ ਸੈਸ਼ਨਸ ਇੰਟਰੋਡਿਊਸ ਹੋਣ ਉਸ ਦਿਨ ਬਾਰੇ, ਉਹਨਾਂ ਨੂੰ ਪਹਿਲਾਂ ਦੱਸਿਆ ਜਾਵੇ, ਸਮਝਾਇਆ ਜਾਵੇ ਕਿ ਉਹ ਦਿਨ ਹੈ ਕੀ, ਉਸ ਦਾ ਇਨਸਪੀਰੇਸ਼ਨ ਕੀ ਹੈ। ਜਿਵੇਂ ਅੱਜ ਮੈਂ ਜ਼ਰੂਰ ਰੱਖਣਾ ਚਾਹੂੰਗੀ ਗੱਲ, ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਜਿੱਤ ਹੈ ਸਾਡੇ ਸਾਰਿਆਂ ਦੀ, ਇਹ ਬਹੁਤ ਹੀ ਪ੍ਰੈਸਟੀਜੀਅਸ ਦਿਨ 'ਚ ਹੋਈ ਹੈ। 3 ਦਿਨ ਲਗਾਤਾਰ 5 ਸੈਪਟੈਂਬਰ ਟੀਚਰਸ ਡੇ, ਜਿਨ੍ਹਾਂ ਦੇ ਬਿਨਾਂ ਅਸੀਂ ਕੁਝ ਨਹੀਂ ਆ, ਅਸੀਂ ਉਹਨਾਂ ਤੋਂ ਹੀ ਸਿੱਖਦੇ ਹਾਂ। 6 ਸੈਪਟੈਂਬਰ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦਾਂ ਦਿਵਸ, ਜੋ ਇੱਕ ਹਿਊਮਨ ਰਾਈਟਸ ਐਕਟਿਵਿਸਟ ਨੇ, ਜਿਨ੍ਹਾਂ ਨੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ। ਤੇ ਅੱਜ ਦਾ ਦਿਨ ਜਨਮਾਸ਼ਟਮੀ, ਕ੍ਰਿਸ਼ਨ ਜੀ ਦਾ ਜਨਮ ਦਿਨ, ਜਿਨ੍ਹਾਂ ਨੇ ਹਮੇਸ਼ਾ ਹਿਊਮੈਨਿਟੀ ਪ੍ਰਮੋਟ ਕੀਤੀ ਹੈ ਕਿ ਹਮੇਸ਼ਾ ਹੰਬਲ ਰਹੋ, ਲੋਕਾਂ ਨਾਲ ਜੁੜ ਕੇ ਰੱਖੋ। ਤੇ ਇਹ ਜਿੰਨੇ ਦਿਨ ਨੇ ਇਹਨਾਂ ਨੂੰ ਇਕੱਠੇ ਰੱਖੋ, ਇਹਨਾਂ ਦੇ ਬਾਰੇ ਸਾਰਿਆਂ ਨੂੰ ਦੱਸੋ, ਕਲਚਰ ਨੂੰ ਆਪਣੇ ਆਪ ਇੰਟਰੋਡਿਊਸ ਕਰੋ, ਸਟੂਡੈਂਟਸ ਨਾਲ ਗੱਲਬਾਤ ਕਰੋ ਤੇ ਹਰ ਇੱਕ ਕਲਚਰ ਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਨੈਰੇਟਿਵ ਲੈ ਕੇ ਨਾ ਚੱਲੋ ਕਿ ਬਸ ਹੁਣ ਤੁਸੀਂ ਇਹ ਕਲਚਰ ਦੇ ਹੋ ਤਾਂ ਤੁਸੀਂ ਇਹੀ ਹੋ। ਬਾਕੀ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੂੰਗੀ, ਮੈਨੂੰ ਬਹੁਤ ਚੰਗਾ ਲੱਗਿਆ ਸੁਣ ਕੇ ਜਦੋਂ ਅਸੀਂ ਕੈਂਪੇਨਿੰਗ ਦੇ ਵਿੱਚ ਜਾਂਦੇ ਸੀ, ਕਿਉਂਕਿ ਸਟੂਡੈਂਟਸ ਦੇ ਵਿੱਚ ਇਹ ਜ਼ਰੂਰ ਹੈ ਕਿ ਉਹ ਆਪ ਪੰਜਾਬੀ ਸਿੱਖਣਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਤੁਸੀਂ ਜਿਸ ਵੀ ਰੀਜਨ ਦੇ ਹੋ, ਤੁਸੀਂ ਤੁਹਾਨੂੰ ਉਸ ਰੀਜਨਲ ਲੈਂਗੁਏਜ ਆਉਣੀ ਜ਼ਰੂਰੀ ਹੈ। ਹੁਣ ਜੇ ਅਸੀਂ ਬਾਹਰ ਜਰਮਨੀ ਜਾਂਦੇ ਹਾਂ, ਅਸੀਂ ਜਰਮਨ ਸਿੱਖਦੇ ਹਾਂ। ਜੇ ਹੁਣ ਮੈਂ ਤਮਿਲਨਾਡੂ ਜਾਊਂਗੀ ਤਾਂ ਮੈਨੂੰ ਤਮਿਲ ਵੀ ਸਿੱਖਣੀ ਪਊਗੀ, ਕਿਉਂਕਿ ਉਹ ਉੱਥੇ ਦੀ ਲੋਕਲ ਲੈਂਗੁਏਜ ਹੈ। ਹਰ ਲੈਂਗੁਏਜ ਤੁਹਾਨੂੰ ਆਉਣੀ ਜ਼ਰੂਰੀ ਹੈ। ਤਾਂ ਉਹਦੇ ਲਈ ਅਸੀਂ ਇੰਟਰੋਡਕਟਰੀ ਸੈਸ਼ਨ ਜ਼ਰੂਰ ਇੰਟਰੋਡਿਊਸ ਕਰਾਂਗੇ ਪੰਜਾਬੀ ਦੇ, ਤਾਂ ਕਿ ਉਹਨਾਂ ਨੂੰ ਬੇਸਿਕ ਨੌਲੇਜ ਜ਼ਰੂਰ ਹੋਵੇ ਤੇ ਉਹਦੇ ਨਾਲ ਤੁਹਾਡਾ ਨੌਲੇਜ ਵੀ ਬਹੁਤ ਵੱਧਦੀ ਹੈ। ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹ ਬਹੁਤ ਜ਼ਿਆਦਾ ਵੱਧਦੀ ਹੈ, ਕਿਉਂਕਿ ਡਿਫਰੈਂਟ ਲੈਂਗੁਏਜਸ ਪੜ੍ਹਦੇ ਹੋ ਤੁਸੀਂ। ਇੱਕ ਪਰਟੀਕੂਲਰ ਨੌਲੇਜ ਨਾਲ, ਇੱਕ ਪਰਟੀਕੂਲਰ ਲੈਂਗੁਏਜ ਨਾਲ ਲਿਮਿਟਿਡ ਨਹੀਂ ਰਹਿੰਦੇ। ਹਰ ਲੈਂਗੁਏਜ ਦੀ ਇੱਕ ਆਪਣੀ ਇੱਕ ਖਾਸੀਅਤ ਹੁੰਦੀ ਹੈ। ਸੋ ਉਹ ਚੀਜ਼ ਤੁਸੀਂ ਸਿੱਖਦੇ ਹੋ, ਉਹਦੇ ਵੱਖਰੇ ਵਰਡਸ ਹੁੰਦੇ ਨੇ। ਉਰਦੂ ਦੀ ਇੱਕ ਆਪਣੀ ਖਾਸੀਅਤ ਹੈ, ਉੱਥੇ ਤੁਹਾਡਾ ਲਹਿਜ਼ਾ ਬਹੁਤ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ। ਸੰਸਕ੍ਰਿਤ ਦੀ ਇੱਕ ਆਪਣੀ ਗੱਲ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਜ਼ਰੂਰ ਇੰਟਰੋਡਿਊਸ ਕਰਨਾ ਚਾਹਾਂਗੇ। ਬਹੁਤ ਬਹੁਤ ਧੰਨਵਾਦ ਰਮਨੀਕ, ਐਂਡ ਆਲ ਦ ਵੈਰੀ ਬੈਸਟ। ਉਮੀਦ ਕਰਦੇ ਹਾਂ ਤੁਸੀਂ ਜਿਹੜਾ ਟੀਚਾ ਲੈ ਕੇ ਚੱਲ ਰਹੇ ਹੋ ਜ਼ਰੂਰ। ਥੈਂਕ ਯੂ ਸੋ ਮਚ। ਥੈਂਕ ਯੂ ਸੋ। ਇਹ ਸੀਗੇ ਸਾਡੇ ਨਾਲ ਰਮਨੀਕ ਜੋਤ ਕੌਰ, ਜਿਨ੍ਹਾਂ ਨੇ ਕਿਹਾ ਕਿ ਕਲਚਰ ਨੂੰ ਪ੍ਰਮੋਟ ਕਰਨਗੇ। ਤੇ ਦੂਜੀ ਗੱਲ, ਸਿਰਫ ਜਿਹੜੀ ਚੀਜ਼ਾਂ ਕਈਆਂ ਨੇ ਉਹੀ ਨਹੀਂ ਹੈ, ਬਲਕਿ ਉਹਨਾਂ ਨੂੰ ਪੂਰਾ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਯਾਨੀ ਕਿ ਕਾਉਂਸਲ ਦੇ ਵਿੱਚ ਜਿਹੜਾ ਹੈ ਅਸੀਂ 12 ਮਹੀਨੇ ਬੱਚਿਆਂ ਨੂੰ ਮਿਲਣਗੇ, ਉਹਨਾਂ ਦੀ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਵੀ ਕੀਤਾ ਜਾਏਗਾ। ਨਾਲ ਦੇ ਨਾਲ ਕਲਚਰ ਨੂੰ ਪ੍ਰਮੋਟ ਕਰਨ ਦੀ ਗੱਲ ਉਹਨਾਂ ਨੇ ਆਖੀ ਹੈ। ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ।